ਮੇਰਾ ਨਾਮ ਸ਼ਗਨ ਹੈ। ਮੈਂ ਆਪਣੇ ਮਾਤਾ ਪਿਤਾ ਦੀ ਇਕਲੌਤੀ ਧੀ ਹਾਂ ਅਤੇ ਅਸੀਂ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਹਾਂ। ਮੇਰੀ ਮਾਂ ਅਤੇ ਦਾਦੀ ਵਿਚਕਾਰ ਹਮੇਸ਼ਾ ਲੜਾਈ ਹੁੰਦੀ ਸੀ। ਇਸ ਲਈ ਮੇਰੇ ਪਿਤਾ ਜੀ ਸਾਨੂੰ ਦਿੱਲੀ ਲੈ ਆਏ ਅਤੇ ਅਸੀਂ ਇੱਥੇ ਸ਼ਿਫਟ ਹੋ ਗਏ। ਮੇਰੇ ਇੱਕ ਮਾਮਾ ਜੀ ਕਈ ਸਾਲਾਂ ਤੋਂ ਦਿੱਲੀ ਵਿੱਚ ਰਹਿ ਰਹੇ ਸਨ। ਮਾਮੇ ਨੇ ਸਾਨੂੰ ਇੱਕ ਘਰ ਲੈ ਕੇ ਦਿੱਤਾ, ਜਿਸ ਤੋਂ ਬਾਅਦ ਅਸੀਂ ਉੱਥੇ ਰਹਿਣ ਲੱਗ ਪਏ। ਪਾਪਾ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ। ਮੇਰੇ ਪਾਪਾ ਚਾਹੁੰਦੇ ਸਨ ਕਿ ਮੈਂ ਚੰਗੀ ਸਿੱਖਿਆ ਹਾਸਲ ਕਰਾਂ। ਕਿਸੇ ਤਰ੍ਹਾਂ ਉਹਨਾਂ ਨੇ ਮੈਨੂੰ 10ਵੀਂ ਜਮਾਤ ਤੱਕ ਪੜ੍ਹਾਇਆ ਸੀ, ਪਰ ਮੈਂ ਅੱਗੇ ਪੜ੍ਹਨਾ ਨਹੀਂ ਚਾਹੁੰਦੀ ਸੀ। ਮੈਨੂੰ ਪੜ੍ਹਾਈ ਵਿੱਚ ਬਿਲਕੁਲ ਵੀ ਦਿਲਚਸਪੀ ਨਹੀਂ ਸੀ ਅਤੇ ਫਿਰ ਵੀ ਪਾਪਾ ਜੀ ਦੇ ਕਹਿਣ ਤੇ ਮੈਂ 10ਵੀਂ ਪਾਸ ਕਰ ਲਈ ਸੀ ਅਤੇ ਹੁਣ ਮੈਂ ਅੱਗੇ ਦੀ ਪੜ੍ਹਾਈ ਪੂਰੀ ਤਰ੍ਹਾਂ ਛੱਡ ਦਿੱਤੀ ਸੀ। ਮੇਰੀ ਜਿੱਦ ਨੂੰ ਦੇਖ ਕੇ ਪਿਤਾ ਜੀ ਨੇ ਵੀ ਹਾਰ ਮੰਨ ਲਈ ਸੀ। ਮੈਂ ਆਪਣੀ ਹੀ ਮਸਤੀ ਵਿੱਚ ਮਸਤ ਸੀ। ਹੁਣ ਮੈਂ 22 ਸਾਲਾਂ ਦੀ ਸੀ। ਪਿਤਾ ਜੀ ਚਾਹੁੰਦੇ ਸਨ ਕਿ ਮੇਰਾ ਹੁਣ ਵਿਆਹ ਹੋ ਜਾਵੇ। ਮੈਂ ਬਹੁਤ ਸੁੰਦਰ ਸੀ ਅਤੇ ਹੁਣ ਮੈਂ ਜਵਾਨ ਵੀ ਹੋ ਗਈ ਸੀ। ਜਦੋਂ ਪਿਤਾ ਜੀ ਨੇ ਇਸ ਬਾਰੇ ਆਪਣੇ ਇੱਕ ਦੋਸਤ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਇੱਕ ਜਾਣਕਾਰ ਆਪਣੇ ਪੁੱਤਰ ਲਈ ਇੱਕ ਬਹੁਤ ਸੋਹਣੀ ਕੁੜੀ ਦੀ ਤਲਾਸ਼ ਕਰ ਰਹੇ ਹਨ। ਜੇ ਤੁਸੀਂ ਕਹੋ ਤਾਂ ਮੈਂ ਉਹਨਾਂ ਨੂੰ ਤੁਹਾਡੇ ਘਰ ਲੈ ਆਵਾਂਗਾ। ਪਿਤਾ ਜੀ ਨੇ ਹਾਂ ਵਿੱਚ ਜਵਾਬ ਦਿੱਤਾ ਅਤੇ ਅਗਲੇ ਹੀ ਦਿਨ ਅਨਿਕੇਤ ਦੇ ਪਰਿਵਾਰਕ ਮੈਂਬਰ ਮੈਨੂੰ ਦੇਖਣ ਆਏ। ਮੈਂ ਉਹਨਾਂ ਨੂੰ ਪਹਿਲੀ ਨਜ਼ਰ ਵਿੱਚ ਹੀ ਪਸੰਦ ਕਰ ਲਿਆ ਸੀ। ਮੇਰੇ ਪਿਤਾ ਜੀ ਨੂੰ ਵੀ ਅਨਿਕੇਤ ਅਤੇ ਉਸ ਦਾ ਪਰਿਵਾਰ ਬਹੁਤ ਪਸੰਦ ਆਇਆ ਅਤੇ ਫਿਰ ਕੁਝ ਹੀ ਦਿਨਾਂ ਵਿੱਚ ਅਨਿਕੇਤ ਅਤੇ ਮੇਰਾ ਵਿਆਹ ਹੋ ਗਿਆ। ਮੈਂ ਅਨਿਕੇਤ ਦੇ ਘਰ ਦੁਲਹਨ ਬਣ ਕੇ ਗਈ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਵਿਆਹ ਤੋਂ ਬਾਅਦ ਮੁਸ਼ਕਲਾਂ ਮੇਰੇ ਰਾਹ ਦੇਖ ਰਹੀਆਂ ਸਨ। ਸਾਡਾ ਵਿਆਹੁਤਾ ਜੀਵਨ ਬਹੁਤ ਵਧੀਆ ਚੱਲ ਰਿਹਾ ਸੀ। ਅਨਿਕੇਤ ਵਿੱਚ ਅਜੇ ਕੋਈ ਕਮੀ ਨਹੀਂ ਸੀ ਕਿ ਮੈਂ ਕਿਸੇ ਨੂੰ ਸ਼ਿਕਾਇਤ ਕਰਦੀ। ਅਨਿਕੇਤ ਮੇਰਾ ਬਹੁਤ ਖਿਆਲ ਰੱਖਦਾ ਸੀ, ਮੇਰੀ ਨਿੱਕੀ ਨਿੱਕੀ ਖੁਆਇਸ਼ ਪੂਰੀ ਕਰਦਾ ਸੀ। ਮੈਂ ਬਹੁਤ ਖੁਸ਼ ਸੀ। ਹੌਲੀ ਹੌਲੀ ਸਾਡੇ ਵਿਆਹ ਨੂੰ 3 ਸਾਲ ਬੀਤ ਚੁੱਕੇ ਸਨ, ਪਰ ਫਿਰ ਵੀ ਮੇਰੇ ਕੋਈ ਬੱਚਾ ਨਹੀਂ ਹੋਇਆ ਸੀ। ਅਨਿਕੇਤ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਦੋਵਾਂ ਨੂੰ ਕਿਸੇ ਚੰਗੇ ਡਾਕਟਰ ਤੋਂ ਚੈੱਕਅਪ ਕਰਵਾਉਣਾ ਚਾਹੀਦਾ ਹੈ। ਪਹਿਲਾਂ ਤਾਂ ਅਨਿਕੇਤ ਨਹੀਂ ਮੰਨਿਆ, ਪਰ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਜ਼ੋਰ ਪਾਇਆ ਤਾਂ ਉਹ ਮੈਨੂੰ ਡਾਕਟਰ ਕੋਲ ਲੈ ਕੇ ਜਾਣ ਲਈ ਤਿਆਰ ਹੋ ਗਿਆ ਅਤੇ ਕਿਹਾ ਕਿ ਮੈਂ ਕੱਲ ਦਫ਼ਤਰ ਤੋਂ ਜਲਦੀ ਆ ਜਾਵਾਂਗਾ ਅਤੇ ਫਿਰ ਮੈਂ ਉਸ ਨੂੰ ਡਾਕਟਰ ਕੋਲ ਲੈ ਜਾਵਾਂਗਾ। ਟੈਨਸ਼ਨ ਨਾ ਲਓ, ਰੱਬ ਨੇ ਚਾਹਿਆ ਤਾਂ ਬੱਚਾ ਜ਼ਰੂਰ ਹੋਵੇਗਾ। ਮੈਨੂੰ ਥੋੜੀ ਜਿਹੀ ਤਸੱਲੀ ਵੀ ਹੋਈ ਕਿ ਜਿਵੇਂ ਅਨਿਕੇਤ ਕਹਿ ਰਿਹਾ ਹੈ, ਰੱਬ ਉਸ ਦਾ ਭਲਾ ਕਰੇ। ਉਸ ਰਾਤ ਮੈਂ ਸੌਂ ਨਹੀਂ ਸਕੀ ਕਿਉਂਕਿ ਅਨਿਕੇਤ ਦੁਆਰਾ ਦਿੱਤਾ ਗਿਆ ਦਿਲਾਸਾ ਵੀ ਮੈਨੂੰ ਕੋਈ ਸਕੂਨ ਨਹੀਂ ਦੇ ਰਿਹਾ ਸੀ। ਅਗਲੇ ਦਿਨ 2 ਵਜੇ ਅਸੀਂ ਡਾਕਟਰ ਕੋਲ ਪਹੁੰਚ ਗਏ। ਸਾਨੂੰ ਯਕੀਨ ਸੀ ਕਿ ਡਾਕਟਰ ਸਾਨੂੰ ਖੁਸ਼ਖਬਰੀ ਸੁਣਾਏਗਾ, ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਉੱਥੇ ਕਿਹੜੀ ਬੁਰੀ ਖਬਰ ਸਾਡੀ ਉਡੀਕ ਕਰ ਰਹੀ ਹੈ। ਜਦੋਂ ਡਾਕਟਰ ਨੇ ਮੇਰਾ ਅਲਟਰਾਸਾਊਂਡ ਕੀਤਾ ਅਤੇ ਕਿਹਾ ਕਿ ਸ਼ਗਨ ਜੀ ਪਹਿਲਾਂ ਹੀ ਇੱਕ ਬੱਚੇ ਨੂੰ ਜਨਮ ਦੇ ਚੁੱਕੇ ਹਨ। ਬੱਚੇ ਦੇ ਜਨਮ ਸਮੇਂ ਕੁਝ ਅਜੀਬ ਪ੍ਰੋਬਲਮ ਹੋ ਗਈ ਸੀ, ਜਿਸ ਕਾਰਨ ਉਹ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਕਦੇ ਮਾਂ ਨਹੀਂ ਬਣ ਸਕਦੀ। ਇਹ ਖਬਰ ਸੁਣ ਕੇ ਅਨਿਕੇਤ ਬਹੁਤ ਹੈਰਾਨ ਹੋਇਆ ਤੇ ਸਵਾਲੀਆ ਨਜ਼ਰਾਂ ਨਾਲ ਮੇਰੇ ਵੱਲ ਦੇਖਣ ਲੱਗਾ। ਮੈਂ ਆਪ ਹੀ ਬਹੁਤ ਘਬਰਾ ਗਈ ਸੀ ਕਿ ਡਾਕਟਰ ਇਹ ਕਿਵੇਂ ਕਹਿ ਸਕਦਾ ਹੈ। ਡਾਕਟਰ ਨੇ ਕੁਝ ਦਵਾਈ ਲਿਖ ਕੇ ਸਾਨੂੰ ਘਰ ਭੇਜ ਦਿੱਤਾ, ਪਰ ਮੇਰੇ ਮਨ ਵਿੱਚ ਬਹੁਤ ਸਾਰੀਆਂ ਉਲਝਣਾਂ ਆ ਗਈਆਂ। ਜਿਵੇਂ ਹੀ ਮੈਂ ਘਰ ਪਹੁੰਚੀ, ਅਨਿਕੇਤ ਨੇ ਮੇਰੇ ਤੇ ਸਵਾਲਾਂ ਦੀ ਵਰਖਾ ਸ਼ੁਰੂ ਕਰ ਦਿੱਤੀ। ਮੈਂ ਉਸ ਨੂੰ ਕਿਹਾ ਕਿ ਇਹ ਸਭ ਝੂਠ ਹੈ, ਅਸੀਂ ਕਿਸੇ ਹੋਰ ਡਾਕਟਰ ਕੋਲ ਜਾਵਾਂਗੇ। ਹੋ ਸਕਦਾ ਹੈ ਕਿ ਡਾਕਟਰ ਨੂੰ ਕੋਈ ਗਲਤਫਹਿਮੀ ਹੋ ਗਈ ਹੋਵੇ। ਇਹ ਸੁਣ ਕੇ ਅਨਿਕੇਤ ਕੁਝ ਦੇਰ ਲਈ ਚੁੱਪ ਹੋ ਗਿਆ ਤੇ ਅਗਲੇ ਦਿਨ ਉਹ ਮੈਨੂੰ ਸ਼ਹਿਰ ਦੇ ਕਿਸੇ ਹੋਰ ਚੰਗੇ ਡਾਕਟਰ ਕੋਲ ਲੈ ਗਿਆ, ਪਰ ਅਸਲੀਅਤ ਨਹੀਂ ਬਦਲੀ ਸੀ। ਉਸ ਡਾਕਟਰ ਨੇ ਵੀ ਉਹੀ ਗੱਲ ਕਹੀ ਜੋ ਪਿਛਲੇ ਡਾਕਟਰ ਨੇ ਕਹੀ ਸੀ। ਘਰ ਆਉਂਦਿਆਂ ਹੀ ਅਨਿਕੇਤ ਮੇਰੇ ਨਾਲ ਲੜਨ ਲੱਗਾ। ਉਸਨੇ ਕਿਹਾ, ਮੈਨੂੰ ਦੱਸੋ ਤੁਸੀਂ ਕਿਸ ਦੇ ਬੱਚੇ ਪੈਦਾ ਕਰਕੇ ਛੱਡ ਆਏ ਹੋ। ਮੈਂ ਅਨਿਕੇਤ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਉਸਦੇ ਅਜੇ ਰਵੱਈਏ ਦੀ ਕਲਪਨਾ ਵੀ ਨਹੀਂ ਕਰ ਸਕਦੀ ਸੀ, ਪਰ ਅਕਸਰ ਵਿਅਕਤੀ ਨਾਲ ਉਹੀ ਕੁਝ ਵਾਪਰਦਾ ਹੈ ਜੋ ਉਸਨੇ ਕਦੇ ਸੋਚਿਆ ਵੀ ਨਹੀਂ ਹੁੰਦਾ। ਅਨਿਕੇਤ ਦੇ ਸਵਾਲ ਦਾ ਮੈਂ ਕੀ ਜਵਾਬ ਦਿੰਦੀ, ਮੈਨੂੰ ਖੁਦ ਕੁਝ ਸਮਝ ਨਹੀਂ ਆ ਰਹੀ ਸੀ।
ਮੈਂ ਸਿਰਫ ਇਨਕਾਰ ਕਰ ਰਹੀ ਸੀ ਕਿ ਅਜਿਹਾ ਕੁਝ ਨਹੀਂ ਹੋਇਆ, ਇਹ ਝੂਠ ਹੈ। ਪਰ ਅਨਿਕੇਤ ਬਾਰ-ਬਾਰ ਆਹੀ ਗੱਲ ਕਹਿ ਰਿਹਾ ਸੀ ਕਿ ਡਾਕਟਰ ਦਾ ਝੂਠ ਬੋਲ ਸਕਦਾ ਹੈ, ਪਰ ਦੂਜਾ ਡਾਕਟਰ ਵੀ ਇਹ ਗੱਲ ਕਹਿ ਰਿਹਾ ਹੈ। ਭਾਵੇਂ ਇਹ ਗੱਲ ਸੱਚ ਹੈ। ਮੈਂ ਅਨਿਕੇਤ ਅੱਗੇ ਹੱਥ ਜੋੜ ਕੇ ਕਿਹਾ ਕਿ ਰੱਬ ਦਾ ਵਾਸਤਾ ਮੇਰੇ ਤੇ ਇੰਨਾ ਵੱਡਾ ਇਲਜ਼ਾਮ ਨਾ ਲਗਾਓ। ਮੈਂ ਇਸ ਗੱਲ ਤੋਂ ਅਣਜਾਣ ਹਾਂ। ਪਤਾ ਨਹੀਂ ਡਾਕਟਰ ਅਜਿਹਾ ਕਿਉਂ ਕਹਿ ਰਿਹਾ ਹੈ। ਮੈਂ ਅਜਿਹਾ ਕੋਈ ਪਾਪ ਨਹੀਂ ਕੀਤਾ। ਪਰ ਅਨਿਕੇਤ ਕੁਝ ਵੀ ਮੰਨਣ ਨੂੰ ਤਿਆਰ ਨਹੀਂ ਸੀ। ਮਾਮਲਾ ਇੰਨਾ ਵੱਧ ਗਿਆ ਕਿ ਉਸਨੇ ਮੈਨੂੰ ਘਰ ਛੱਡਣ ਲਈ ਕਿਹਾ। ਮੈਂ ਡਰ ਦੇ ਮਾਰੇ ਕੰਬ ਰਹੀ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਮੈਂ ਉਸ ਦੇ ਪੈਰੀ ਪੈ ਕੇ ਕਿਹਾ, ਰੱਬ ਦਾ ਵਾਸਤਾ ਅਜਿਹਾ ਜ਼ੁਲਮ ਨਾ ਕਰ। ਮੇਰੇ ਮਾਂ-ਬਾਪ ਤੇ ਦੁੱਖਾਂ ਦਾ ਪਹਾੜ ਟੁੱਟ ਜਾਵੇਗਾ। ਅਨਿਕੇਤ ਮੇਰੇ ਵੱਲ ਗੁੱਸੇ ਭਰੀਆਂ ਨਜ਼ਰਾਂ ਨਾਲ ਦੇਖਣ ਲੱਗਾ ਤੇ ਬੋਲਿਆ, ਤੇਰੇ ਕੋਲ ਇੱਕ ਹੀ ਮੌਕਾ ਹੈ। ਕੱਲ ਮੈਂ ਤੈਨੂੰ ਇੱਕ ਵਾਰ ਫਿਰ ਨਵੇਂ ਡਾਕਟਰ ਕੋਲ ਲੈ ਕੇ ਜਾਵਾਂਗਾ। ਜੇ ਉਸਨੇ ਵੀ ਇਹੀ ਕਿਹਾ ਤਾਂ ਇਸ ਤੋਂ ਬਾਅਦ ਤੁਹਾਡਾ ਇਸ ਘਰ ਨਾਲ ਕੋਈ ਸੰਬੰਧ ਨਹੀਂ ਰਹੇਗਾ। ਮੈਂ ਤੈਨੂੰ ਤਲਾਕ ਦੇ ਦਿਆਂਗਾ। ਉਸ ਰਾਤ ਮੈਂ ਰੋਂਦੀ ਹੋਈ ਰੱਬ ਅੱਗੇ ਅਰਦਾਸ ਕਰ ਰਹੀ ਸੀ ਕਿ ਕੋਈ ਚਮਤਕਾਰ ਹੋ ਜਾਵੇ ਅਤੇ ਮੇਰੀ ਬੇਗੁਨਾਹੀ ਸਾਬਤ ਹੋ ਜਾਵੇ। ਮੈਨੂੰ ਪਤਾ ਸੀ ਕਿ ਮੈਂ ਅਜਿਹਾ ਕੋਈ ਪਾਪ ਨਹੀਂ ਕੀਤਾ। ਮੈਂ ਸਾਰੀ ਰਾਤ ਰੱਬ ਨੂੰ ਯਾਦ ਕਰਦਿਆਂ ਰੋਂਦੀ ਰਹੀ ਅਤੇ ਫਿਰ ਅਗਲੇ ਦਿਨ ਅਨਿਕੇਤ ਮੈਨੂੰ ਕਿਸੇ ਹੋਰ ਡਾਕਟਰ ਕੋਲ ਲੈ ਗਿਆ। ਇਸ ਵਾਰ ਫਿਰ ਡਾਕਟਰ ਨੇ ਉਹੀ ਕਿਹਾ ਜੋ ਪਹਿਲਾਂ 2 ਡਾਕਟਰਾਂ ਨੇ ਕਿਹਾ ਸੀ। ਹੁਣ ਅਨਿਕੇਤ ਨੂੰ ਡਾਕਟਰ ਦੀ ਸਲਾਹ ਤੇ ਵਿਸ਼ਵਾਸ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਹਸਪਤਾਲ ਤੋਂ ਬਾਹਰ ਆਉਂਦੇ ਹੀ ਉਸਨੇ ਦੱਸਿਆ ਕਿ ਅੱਜ ਤੋਂ ਸਾਡੇ ਸਾਰੇ ਰਿਸ਼ਤੇ ਖਤਮ ਹੋ ਗਏ ਹਨ। ਜੇਕਰ ਤੁਸੀਂ ਸਾਡਾ ਰਿਸ਼ਤਾ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸੱਚ ਦੱਸਣ ਦਾ ਇੱਕ ਮੌਕਾ ਹੈ। ਹੁਣ ਮੈਂ ਉਸਨੂੰ ਸੱਚ ਕੀ ਦੱਸਾਂ? ਮੈਨੂੰ ਖੁਦ ਕੁਝ ਨਹੀਂ ਪਤਾ ਸੀ ਤਾਂ ਉਸਨੂੰ ਮੈਂ ਕੀ ਦੱਸਦੀ। ਮੈਂ ਇੱਕ ਅਜੀਬ ਮੁਸੀਬਤ ਵਿੱਚ ਫਸੀ ਹੋਈ ਸੀ ਜਿਸ ਵਿੱਚੋਂ ਮੈਨੂੰ ਨਿਕਲਣਾ ਅਸੰਭਵ ਲੱਗ ਰਿਹਾ ਸੀ। ਅਨਿਕੇਤ ਨੇ ਮੈਨੂੰ ਉੱਥੋਂ ਆਪਣੇ ਪੇਕੇ ਘਰ ਛੱਡ ਦਿੱਤਾ ਅਤੇ ਜਦੋਂ ਮੇਰੀ ਮਾਂ ਨੇ ਮੈਨੂੰ ਅਜੀਬ ਬੁਰੀ ਹਾਲਤ ਵਿੱਚ ਦੇਖਿਆ ਤਾਂ ਉਹ ਡਰ ਗਈ। ਮੈਂ ਮਾਂ ਦੀ ਛਾਤੀ ਨਾਲ ਲੱਗ ਕੇ ਉੱਚੀ-ਉੱਚੀ ਰੋਣ ਲੱਗੀ। ਮੇਰੀ ਹਿੰਮਤ ਪੂਰੀ ਤਰ੍ਹਾਂ ਜਵਾਬ ਦੇ ਚੁੱਕੀ ਸੀ। ਮੇਰੀ ਹਾਲਤ ਦੇਖ ਕੇ ਮਾਂ ਮੈਨੂੰ ਪਿਆਰ ਕਰਨ ਲੱਗ ਪਈ ਤੇ ਕਹਿਣ ਲੱਗੀ, ਬੇਟਾ ਤੂੰ ਇੰਨਾ ਕਿਉਂ ਰੋ ਰਹੀ ਹੈ? ਮੈਨੂੰ ਕੁਝ ਦੱਸੋ। ਉਹ ਮੈਨੂੰ ਅੰਦਰ ਲੈ ਗਈ। ਅੰਦਰ ਆਉਂਦਿਆਂ ਹੀ ਮੈਂ ਉਸ ਨੂੰ ਸਾਰੀ ਗੱਲ ਦੱਸ ਦਿੱਤੀ। ਮੇਰੀਆਂ ਗੱਲਾਂ ਸੁਣ ਕੇ ਮੰਮੀ ਦਾ ਚਿਹਰਾ ਫਿੱਕਾ ਪੈ ਗਿਆ। ਮੈਂ ਸਮਝ ਨਹੀਂ ਸਕੀ ਕਿ ਅਜਿਹਾ ਕਿਉਂ ਹੋ ਰਿਹਾ ਹੈ। ਮੰਮੀ ਨੇ ਪਾਪਾ ਨੂੰ ਸਾਰੀ ਗੱਲ ਦੱਸੀ। ਉਹਨਾਂ ਨੇ ਮੈਨੂੰ ਪਿਆਰ ਨਾਲ ਸਮਝਾਇਆ ਕਿ ਘਬਰਾਓ ਨਾ, ਇਸ ਸਮੱਸਿਆ ਦਾ ਕੋਈ ਨਾ ਕੋਈ ਹੱਲ ਲੱਭ ਲਵਾਂਗੇ। ਪਰ ਮੈਨੂੰ ਪਤਾ ਸੀ ਕਿ ਇਸ ਦਾ ਕੋਈ ਹੱਲ ਨਹੀਂ ਹੈ। ਮੇਰੀ ਮਾਂ ਨੂੰ ਵੀ ਕੁਝ ਪਤਾ ਨਹੀਂ ਸੀ ਕਿ ਡਾਕਟਰ ਨੇ ਅਜਿਹਾ ਕਿਉਂ ਕਿਹਾ ਸੀ। ਡਾਕਟਰ ਨੇ ਅਜਿਹਾ ਕਿਉਂ ਕਿਹਾ ਸੀ? ਜੇ ਉਸ ਨੂੰ ਪਤਾ ਹੁੰਦਾ ਤਾਂ ਉਹ ਮੈਨੂੰ ਜ਼ਰੂਰ ਕੁਝ ਨਾ ਕੁਝ ਦੱਸਦੀ। ਮੈਂ ਆਪਣੇ ਮਾਪਿਆਂ ਦੇ ਘਰ ਕਠਪੁਤਲੀ ਵਾਂਗ ਰਹਿ ਰਹੀ ਸੀ। ਪਾਪਾ ਨੇ ਅਨਿਕੇਤ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਨੇ ਪਾਪਾ ਦੀ ਗੱਲ ਨਹੀਂ ਸੁਣੀ ਅਤੇ ਕਿਹਾ ਕਿ ਤੁਸੀਂ ਮੇਰੇ ਨਾਲ ਧੋਖਾ ਕੀਤਾ ਹੈ। ਅਤੇ ਫਿਰ ਕੁਝ ਦਿਨਾਂ ਬਾਅਦ ਅਨਿਕੇਤ ਨੇ ਤਲਾਕ ਦੇ ਕਾਗਜ਼ ਭੇਜ ਦਿੱਤੇ। ਜਦੋਂ ਤਲਾਕ ਦੇ ਕਾਗਜ਼ ਆਏ ਤਾਂ ਸਾਡੇ ਘਰ ਵਿੱਚ ਤਬਾਹੀ ਮਚ ਗਈ। ਮੇਰੇ ਪਿਤਾ ਜੀ ਦਿਲ ਦੇ ਮਰੀਜ਼ ਸਨ। ਉਹ ਇਹ ਬਰਦਾਸ਼ਤ ਨਹੀਂ ਕਰ ਸਕੇ। ਉਹਨਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਸਾਨੂੰ ਛੱਡ ਗਏ। ਮੈਂ ਅਤੇ ਮੇਰੀ ਮਾਂ ਬਹੁਤ ਟੁੱਟ ਗਏ। ਹਰ ਵੇਲੇ ਮੈਂ ਗੁਆਚੀ ਰਹਿੰਦੀ ਸੀ। ਮੈਂ ਇਸ ਹਰਸ਼ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਿਸ ਕਾਰਨ ਸਾਡਾ ਘਰ ਬਰਬਾਦ ਹੋ ਗਿਆ। ਸਾਡੇ ਘਰ ਦੀਆਂ ਖੁਸ਼ੀਆਂ ਸਾਡੇ ਤੋਂ ਦੂਰ ਹੋ ਗਈਆਂ ਸਨ। ਹੁਣ ਘਰ ਵਿੱਚ ਮੇਰਾ ਦਿਲ ਨਹੀਂ ਸੀ ਲੱਗਦਾ ਤੇ ਮੈਂ ਮਾਂ ਨੂੰ ਕਹਿ ਦਿੱਤਾ ਸੀ ਕਿ ਚਲੋ ਆਪਣੇ ਪਿੰਡ ਵਾਪਸ ਚਲੀਏ। ਇੱਕ ਦਿਨ ਮਾਂ ਮੇਰੇ ਕਮਰੇ ਵਿੱਚ ਆਈ ਅਤੇ ਕਿਹਾ, ਤੂੰ ਪਿੰਡ ਜਾਣਾ ਚਾਹੁੰਦੀ ਸੀ, ਚਲੋ ਅਸੀਂ ਚੱਲਦੇ ਹਾਂ। ਹੋ ਸਕਦਾ ਹੈ ਕਿ ਤੁਹਾਡੀ ਸਿਹਤ ਵਿੱਚ ਕੁਝ ਸੁਧਾਰ ਹੋ ਜਾਵੇ। ਇੱਥੇ ਕਮਰੇ ਵਿੱਚ ਬੰਦ ਰਹਿਣਾ ਤੁਹਾਨੂੰ ਹੋਰ ਵੀ ਬਿਮਾਰ ਕਰ ਦੇਵੇਗਾ। ਮਾਂ ਦੀ ਗੱਲ ਸੁਣ ਕੇ ਮੈਂ ਥੋੜਾ ਜਿਹਾ ਮੁਸਕਰਾਈ। ਮੈਂ ਸਾਲਾਂ ਤੋਂ ਆਪਣੇ ਪਿੰਡ ਵਾਲਿਆਂ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਾ ਚਾਹੁੰਦੀ ਸੀ। ਅਗਲੇ ਕੁਝ ਦਿਨਾਂ ਵਿੱਚ ਅਸੀਂ ਵਾਪਸੀ ਦੀਆਂ ਤਿਆਰੀਆਂ ਵਿੱਚ ਰੁੱਝ ਗਏ ਅਤੇ ਆਖਰਕਾਰ ਅਸੀਂ ਆਪਣੇ ਪਿੰਡ ਪਹੁੰਚ ਗਏ। ਮੰਮੀ ਮੈਨੂੰ ਇੱਕ ਬਹੁਤ ਵੱਡੇ ਮਹਿਲ ਵਿੱਚ ਲੈ ਗਈ। ਬਹੁਤ ਸਾਰੇ ਲੋਕ ਸਾਨੂੰ ਮਿਲਣ ਆਏ। ਅਚਾਨਕ ਉਹਨਾਂ ਲੋਕਾਂ ਵਿੱਚੋਂ ਇੱਕ 15 ਸਾਲ ਦਾ ਲੜਕਾ ਅੱਗੇ ਆਇਆ ਅਤੇ ਮੈਨੂੰ ਜੱਫੀ ਪਾ ਕੇ ਰੋਣ ਲੱਗਾ। ਹਰ ਕੋਈ ਉਸ ਵੱਲ ਹੈਰਾਨੀ ਨਾਲ ਦੇਖ ਰਿਹਾ ਸੀ। ਮੈਂ ਖੁਦ ਹੈਰਾਨ ਸੀ ਕਿ ਉਹ ਇੰਨਾ ਕਿਉਂ ਰੋ ਰਿਹਾ ਸੀ, ਜਿਵੇਂ ਉਸ ਨੂੰ ਕੋਈ ਗੁਆਚੀ ਚੀਜ਼ ਮਿਲ ਗਈ ਹੋਵੇ। ਮੈਂ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਰੱਖ ਕੇ ਕਿਹਾ, ਤੈਨੂੰ ਕੀ ਹੋਇਆ? ਤੁਸੀਂ ਇੰਨਾ ਕਿਉਂ ਰੋ ਰਹੇ ਹੋ? ਅਸੀਂ ਹੁਣੇ ਆਏ ਹਾਂ ਅਤੇ ਕਿਹੜਾ ਕਿਧਰੇ ਜਾ ਰਹੇ ਹਾਂ। ਪਰ ਉਹ ਮੁੰਡਾ ਰੋ ਰਿਹਾ ਸੀ। ਥੋੜੀ ਦੇਰ ਬਾਅਦ ਮੇਰੀ ਚਾਚੀ ਨੇ ਉਸ ਨੂੰ ਮੇਰੇ ਗਲੇ ਤੋਂ ਵੱਖ ਕਰ ਦਿੱਤਾ
ਅਤੇ ਮੈਨੂੰ ਦੱਸਿਆ ਕਿ ਇਹ ਉਸ ਦਾ ਪੁੱਤਰ ਹੈ। ਬਚਪਨ ਤੋਂ ਹੀ ਉਸ ਦਾ ਕੋਈ ਭਰਾ ਜਾਂ ਭੈਣ ਨਹੀਂ ਹੈ। ਉਹ ਅਕਸਰ ਤੁਹਾਡੇ ਬਾਰੇ ਪੁੱਛਦਾ ਸੀ। ਅੱਜ ਤੁਸੀਂ ਕਈ ਸਾਲਾਂ ਬਾਅਦ ਪਿੰਡ ਆਏ ਹੋ, ਇਸ ਲਈ ਉਹ ਅਜਿਹਾ ਕਰ ਰਿਹਾ ਹੈ। ਮੈਂ ਆਪਣੇ ਆਪ ਨੂੰ ਉਸ ਲੜਕੇ ਦੇ ਬਹੁਤ ਨੇੜੇ ਮਹਿਸੂਸ ਕਰਨ ਲੱਗੀ। ਸਮੇਂ ਦੇ ਨਾਲ ਮੈਂ ਆਪਣੇ ਪੁਰਾਣੇ ਜ਼ਖਮ ਭੁੱਲਦੀ ਜਾ ਰਹੀ ਸੀ ਅਤੇ ਜ਼ਿੰਦਗੀ ਵਿੱਚ ਅੱਗੇ ਵਧ ਰਹੀ ਸੀ। ਉਸ ਲੜਕੇ ਦਾ ਨਾਂ ਅਰਬ ਸੀ। ਹੁਣ ਉਹ ਮੇਰਾ ਬਹੁਤ ਚੰਗਾ ਦੋਸਤ ਬਣ ਗਿਆ ਸੀ। ਮੰਮੀ ਮੈਨੂੰ ਮਨਾ ਕਰਦੀ ਕਿ ਉਹ ਤੇਰਾ ਚਚੇਰਾ ਭਰਾ ਹੈ, ਬਸ ਉਸ ਤੋਂ ਦੂਰ ਰਹੋ। ਉਹ ਅਜੇ ਬੱਚਾ ਹੈ, ਉਹ ਤੁਹਾਡੇ ਨਾਲ ਘੁਲ ਮਿਲ ਜਾਵੇਗਾ ਅਤੇ ਜਦੋਂ ਅਸੀਂ ਵਾਪਸ ਜਾਵਾਂਗੇ ਤਾਂ ਉਹ ਤੁਹਾਡੇ ਬਿਨਾਂ ਨਹੀਂ ਰਹਿ ਸਕੇਗਾ। ਪਰ ਮੈਂ ਆਪਣੀ ਮਾਂ ਦੀ ਸਲਾਹ ਨੂੰ ਅਣਡਿੱਠ ਕਰ ਦਿੱਤਾ। ਇੰਜ ਲੱਗ ਰਿਹਾ ਸੀ ਜਿਵੇਂ ਮੈਂ ਉਹਨਾਂ ਲੋਕਾਂ ਨੂੰ ਪਹਿਲੀ ਵਾਰ ਮਿਲ ਰਹੀ ਹਾਂ, ਭਾਵੇਂ ਮੇਰਾ ਪੂਰਾ ਬਚਪਨ ਇੱਥੇ ਹੀ ਬੀਤਿਆ ਸੀ। ਸਮੇਂ ਦੇ ਨਾਲ ਉਸ ਨਾਲ ਮੇਰਾ ਰਿਸ਼ਤਾ ਮਜ਼ਬੂਤ ਹੁੰਦਾ ਗਿਆ। ਉਹ ਪੜ੍ਹਦਾ ਵੀ ਸੀ ਅਤੇ ਹਸਪਤਾਲ ਵਿੱਚ ਪਾਰਟ ਟਾਈਮ ਕੰਮ ਵੀ ਕਰ ਰਿਹਾ ਸੀ। ਜਿਵੇਂ ਹੀ ਉਹ ਆਪਣੇ ਕੰਮ ਤੋਂ ਵਾਪਸ ਆਉਂਦਾ, ਉਹ ਮੇਰੇ ਨਾਲ ਹੋਰ ਸਮਾਂ ਬਿਤਾਉਂਦਾ। ਉਹ ਇੱਕ ਦਿਨ ਹਸਪਤਾਲ ਗਿਆ ਸੀ। ਮੈਂ ਆਪਣੇ ਹੱਥਾਂ ਨਾਲ ਉਸ ਦੇ ਲਈ ਮਲਾਈ ਕੋਫਤੇ ਬਣਾਏ। ਇੰਨੀ ਦਿਨੀ ਮੈਂ ਉਸ ਦੀ ਪਸੰਦ ਨਾਪਸੰਦ ਬਾਰੇ ਸਭ ਜਾਣ ਲਿਆ ਸੀ। ਪਰ ਅੱਜ ਕੁਝ ਅਜੀਬ ਜਿਹਾ ਹੋ ਗਿਆ। ਹਸਪਤਾਲ ਤੋਂ ਆਉਣ ਤੋਂ ਬਾਅਦ ਉਹ ਮੇਰੇ ਕੋਲ ਨਹੀਂ ਆਇਆ, ਸਗੋਂ ਸਿੱਧਾ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਜਦੋਂ ਲਗਭਗ 2 ਘੰਟੇ ਬੀਤ ਗਏ ਅਤੇ ਉਹ ਕਮਰੇ ਤੋਂ ਬਾਹਰ ਨਹੀਂ ਆਇਆ ਤਾਂ ਮੈਂ ਉਸ ਵੱਲ ਗਈ। ਪਰ ਅੰਦਰੋਂ ਆ ਰਹੀਆਂ ਆਵਾਜ਼ਾਂ ਨੂੰ ਸੁਣ ਕੇ ਮੈਂ ਬਾਹਰ ਰੁਕ ਗਈ। ਮੇਰੀ ਮਾਂ ਤੇ ਚਾਚੀ ਉਸ ਨੂੰ ਕੁਝ ਸਮਝਾ ਰਹੇ ਸਨ, ਪਰ ਇਹਨਾਂ ਸ਼ਬਦਾਂ ਪਿੱਛੇ ਕਿਹੜੀ ਸੱਚਾਈ ਛੁਪੀ ਹੋਈ ਸੀ ਮੈਨੂੰ ਅੱਜ ਇਹ ਪਤਾ ਲੱਗਾ। ਮੇਰੀ ਮਾਂ ਚਾਚੀ ਨੂੰ ਕਹਿ ਰਹੀ ਸੀ ਕਿ ਤੁਸੀਂ ਅਰਬ ਨੂੰ ਇਹ ਦੱਸ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਫਿਰ ਮੇਰੀ ਮਾਂ ਅਰਬ ਨੂੰ ਕਹਿਣ ਲੱਗੀ ਕਿ ਜੇ ਤੇਰੇ ਕੋਲ ਸ਼ਗਨ ਦੂਰ ਨਹੀਂ ਹੁੰਦੀ ਤਾਂ ਤੁਸੀਂ ਉਸ ਤੋਂ ਦੂਰ ਹੋ ਜਾਓ। ਉਹ ਅਸਲੀਅਤ ਤੋਂ ਬੇਖਬਰ ਹੈ, ਪਰ ਤੂੰ ਤਾਂ ਸਭ ਕੁਝ ਜਾਣਦਾ ਹੈ। ਫਿਰ ਤੂੰ ਇੰਨਾ ਅਣਜਾਣ ਕਿਵੇਂ ਹੋ ਸਕਦਾ ਹੈ? ਮੈਂ ਸਮਝ ਨਹੀਂ ਸਕੀ ਕਿ ਮੇਰੀ ਮਾਂ ਅਤੇ ਚਾਚੀ ਕੀ ਗੱਲਾਂ ਕਰ ਰਹੇ ਸਨ, ਪਰ ਅਰਬ ਦੀਆਂ ਗੱਲਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਨੂੰ ਪਤਾ ਲੱਗਾ ਜਿਵੇਂ ਮੇਰੀ ਦੁਨੀਆ ਹੀ ਬਦਲ ਗਈ ਹੋਵੇ। ਅਰਬ ਕਹਿ ਰਿਹਾ ਸੀ ਕਿ ਮੇਰਾ ਉਸ ਨਾਲ ਖੂਨ ਦਾ ਰਿਸ਼ਤਾ ਹੈ। ਖੂਨ ਦੀ ਇਹ ਖਿੱਚ ਮੈਨੂੰ ਉਸ ਕੋਲ ਲੈ ਜਾਂਦੀ ਹੈ ਤੇ ਤੁਸੀਂ ਦੋਵੇਂ ਕਿਵੇਂ ਭੁੱਲ ਗਏ ਕਿ ਉਹ ਮੇਰੀ ਮਾਂ ਹੈ? ਜਿੰਨਾ ਚਿਰ ਇਹ ਭੇਤ ਮੇਰੇ ਤੋਂ ਲੁਕੋ ਕੇ ਰੱਖਿਆ ਸੀ ਠੀਕ ਸੀ, ਪਰ ਮੈਨੂੰ ਅਸਲੀਅਤ ਦਾ ਪਤਾ ਲੱਗ ਗਿਆ ਹੈ। ਇਸ ਲਈ ਮੈਂ ਆਪਣੇ ਅਸਲੀ ਮਾਂ ਤੋਂ ਦੂਰ ਕਿਵੇਂ ਰਹਿ ਸਕਦਾ ਹਾਂ? ਉਸ ਦੇ ਬੋਲ ਮੇਰੇ ਦਿਲ ਤੇ ਤੀਰ ਵਾਂਗ ਵੱਜੇ। ਮੇਰੇ ਮਨ ਵਿੱਚ ਕਈ ਸਵਾਲ ਉੱਠੇ। ਇਹ ਕਿਵੇਂ ਹੋ ਸਕਦਾ ਹੈ ਕਿ ਮੇਰਾ ਪੁੱਤਰ 15 ਸਾਲ ਦਾ ਸੀ ਜਦੋਂ ਕਿ ਮੈਂ ਸਿਰਫ 26 ਸਾਲ ਦੀ ਸੀ? ਮੈਨੂੰ ਵੀ ਕੁਝ ਯਾਦ ਨਹੀਂ ਸੀ। ਜੇ ਮੈਨੂੰ ਕੁਝ ਯਾਦ ਸੀ ਤਾਂ ਇਹ ਉਹ ਸੀ ਜੋ ਡਾਕਟਰ ਨੇ ਕਿਹਾ ਸੀ ਤੇ ਹੋਰ ਸਭ ਕੁਝ ਮੈਂ ਭੁੱਲ ਗਈ ਸੀ। ਮੈਂ ਉੱਥੋਂ ਭੱਜ ਕੇ ਆਪਣੇ ਕਮਰੇ ਵਿੱਚ ਆ ਗਈ। ਮੈਨੂੰ ਹੋਸ਼ ਨਹੀਂ ਸੀ। ਮੇਰੀ ਮਾਂ ਨੇ ਮੇਰੇ ਭੱਜਣ ਦੀ ਆਵਾਜ਼ ਸੁਣੀ ਸੀ ਅਤੇ ਉਹ ਜਾਣ ਗਈ ਸੀ ਕਿ ਮੈਂ ਉਸ ਦੀਆਂ ਗੱਲਾਂ ਸੁਣ ਲਈਆਂ ਸਨ। ਕਮਰੇ ਵਿੱਚ ਵੜਦਿਆਂ ਹੀ ਮੈਂ ਅੰਦਰੋਂ ਕੁੰਡੀ ਲਾ ਕੇ ਬੈਠ ਗਈ। ਮੇਰੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ। ਕਿ ਇਹ ਕਿਹੋ ਜਿਹੀ ਅਸਲੀਅਤ ਹੈ ਰੱਬਾ, ਜਿਸ ਦਾ ਨਾ ਸਿਰ ਹੈ ਨਾ ਪੈਰ। ਮੇਰਾ ਦਿਲ ਖੂਨ ਦੇ ਹੰਝੂ ਰੋ ਰਿਹਾ ਸੀ। ਕੁਝ ਦੇਰ ਬਾਅਦ ਦਰਵਾਜ਼ਾ ਉੱਚੀ ਉੱਚੀ ਖੜਕਣ ਲੱਗਾ। ਮੇਰੇ ਵਿੱਚ ਹੋਰ ਹਕੀਕਤ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ, ਪਰ ਮੇਰੀ ਮਾਂ ਦਰਵਾਜ਼ਾ ਖੜਕਾਉਂਦੀ ਰਹੀ। ਮਾਂ ਕਹਿ ਰਹੀ ਸੀ ਕਿ ਰੱਬ ਦੀ ਖੱਤ ਬਾਹਰ ਆ ਜਾ ਸ਼ਗੁਨ, ਤੈਨੂੰ ਮੇਰੀ ਸਹੁੰ। ਮਾਂ ਦੀ ਸਹੁੰ ਕਰਕੇ ਮੈਨੂੰ ਬਾਹਰ ਆਉਣਾ ਪਿਆ। ਦਰਵਾਜ਼ਾ ਖੋਲ੍ਹਦੇ ਹੀ ਮੈਂ ਗੁੱਸਾ ਆ ਗਿਆ। ਤੁਸੀਂ ਲੋਕਾਂ ਨੇ ਮੇਰੇ ਤੋਂ ਇੰਨਾ ਵੱਡਾ ਸੱਚ ਕਿਉਂ ਛੁਪਾਇਆ? ਮੇਰਾ ਕੀ ਕਸੂਰ ਸੀ ਜਿਸ ਦੀ ਮੈਨੂੰ ਇਹ ਸਜ਼ਾ ਮਿਲੀ? ਮੇਰੀ ਗੱਲ ਸੁਣ ਕੇ ਮਾਂ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਕਿਹਾ, ਬੇਟੀ, ਅੱਜ ਮੈਂ ਤੈਨੂੰ ਸਾਰੀ ਅਸਲੀਅਤ ਦੱਸਾਂਗੀ। ਇਹ ਉਹ ਅਸਲੀਅਤ ਹੈ ਜੋ ਮੈਂ ਕਈ ਸਾਲਾਂ ਤੋਂ ਆਪਣੇ ਦਿਲ ਵਿੱਚ ਦੱਬੀ ਹੋਈ ਹੈ। ਜਿਵੇਂ ਮੁਰਦਿਆਂ ਨੂੰ ਕਬਰਸਤਾਨ ਵਿੱਚ ਦਫਨਾਇਆ ਜਾਂਦਾ ਹੈ, ਹੁਣ ਤੇਰੀ ਦਾਦੀ ਦਾ ਦੇਹਾਂਤ ਹੋ ਗਿਆ ਹੈ। ਇਹ ਸਭ ਉਸ ਦਾ ਕੀਤਾ ਹੈ। ਇਸ ਕਾਰਨ ਤੁਹਾਡੇ ਪਿਤਾ ਜੀ ਪਿੰਡ ਛੱਡ ਕੇ ਦਿੱਲੀ ਚਲੇ ਗਏ ਅਤੇ ਇੱਥੋਂ ਖਬਰ ਲੈਣ ਲਈ ਕਦੇ ਵਾਪਸ ਨਹੀਂ ਆਏ ਸੀ। ਮਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ। ਹੰਝੂ ਸਾਫ਼ ਕਰਦੇ ਹੋਏ ਉਸਨੇ ਮੈਨੂੰ ਆਪਣੀ ਗੋਦੀ ਵਿੱਚ ਲਿਆ ਤਾਂ ਮੈਂ ਉਸਦੀ ਗੋਦੀ ਵਿੱਚ ਅਜੀਬ ਜਿਹਾ ਆਰਾਮ ਮਹਿਸੂਸ ਕਰਨ ਲੱਗੀ, ਜਿਵੇਂ ਮੈਂ ਦੁੱਖਾਂ ਨਾਲ ਥੱਕੀ ਹੋਈ ਹਾਂ। ਫਿਰ ਉਹ ਇਸ ਰਾਜ ਦੀ ਅਸਲੀਅਤ ਦੱਸਣ ਲੱਗੀ। ਮੰਮੀ ਨੇ ਦੱਸਿਆ ਕਿ ਉਹ ਇਸ ਪਰਿਵਾਰ ਦੀ ਵੱਡੀ ਬਹੂ ਸੀ। ਇਸ ਘਰ ਵਿੱਚ ਕਈ ਸਾਲਾਂ ਤੋਂ ਕੋਈ ਬੱਚਾ ਨਹੀਂ ਸੀ। ਤੁਹਾਡਾ ਚਾਚਾ ਤੁਹਾਡੇ ਪਿਤਾ ਤੋਂ ਛੋਟਾ ਸੀ, ਪਰ ਉਹਨਾਂ ਨੇ ਤੁਹਾਡੇ ਪਿਤਾ ਜੀ ਤੋਂ ਪਹਿਲਾਂ ਵਿਆਹ ਕਰ ਲਿਆ ਸੀ
ਤੇਰੇ ਚਾਚੇ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ। ਤੁਹਾਡੇ ਚਾਚੇ ਦੇ ਵਿਆਹ ਤੋਂ 5 ਸਾਲ ਬਾਅਦ ਤੇਰੇ ਪਿਤਾ ਦਾ ਵਿਆਹ ਹੋ ਗਿਆ, ਪਰ ਤੇਰੇ ਚਾਚਾ ਅਜੇ ਵੀ ਬੇਔਲਾਦ ਸੀ। ਉਸ ਦੀ ਮਾਂ ਜਨੀ ਤੇਰੀ ਦਾਦੀ ਦੇ ਸੜਦੇ ਬੋਲਾਂ ਕਾਰਨ ਉਸਨੇ ਹਵੇਲੀ ਛੱਡਣ ਦੀ ਧਮਕੀ ਦਿੱਤੀ ਸੀ। ਮੇਰੀ ਸੱਸ ਜਨੀ ਤੇਰੀ ਦਾਦੀ ਜੋ ਬਹੁਤ ਸਖਤ ਕਿਸਮ ਦੀ ਔਰਤ ਸੀ, ਪਰ ਰੱਬ ਦੀ ਅਜੀ ਮਿਹਰ ਸੀ ਕਿ ਮੇਰੇ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਮੈਨੂੰ ਬੱਚੇ ਦੀ ਖੁਸ਼ਖਬਰੀ ਮਿਲ ਗਈ ਅਤੇ ਫਿਰ ਕੁਝ ਮਹੀਨਿਆਂ ਬਾਅਦ ਤੁਸੀਂ ਇਸ ਸੰਸਾਰ ਵਿੱਚ ਆਏ ਅਤੇ ਉਹ ਦਿਨ ਇਸ ਮਹਿਲ ਵਿੱਚ ਈਦ ਤੋਂ ਘੱਟ ਨਹੀਂ ਸੀ। ਹਰ ਪਾਸੇ ਖੁਸ਼ੀ ਸੀ। ਮੇਰੀ ਸੱਸ ਵੀ ਬਹੁਤ ਖੁਸ਼ ਹੋ ਗਈ। ਤੁਸੀਂ ਉਹ ਬੱਚਾ ਸੀ ਜੋ ਆਪਣੇ ਮੂੰਹ ਵਿੱਚ ਸੋਨੇ ਦਾ ਚਮਚਾ ਲੈ ਕੇ ਪੈਦਾ ਹੋਇਆ ਸੀ। ਤੁਹਾਡੇ ਪਿਤਾ ਅਤੇ ਤੁਹਾਡੀ ਦਾਦੀ ਬਹੁਤ ਖੁਸ਼ ਸਨ। ਸਮਾਂ ਬੀਤਦਾ ਗਿਆ ਅਤੇ ਹੁਣ ਤੁਸੀਂ 10 ਸਾਲ ਦੇ ਹੋ ਗਏ ਸੀ, ਪਰ ਤੁਹਾਡੀਆਂ ਹਰਕਤਾਂ ਸਾਨੂੰ ਮੁਸ਼ਕਲ ਵਿੱਚ ਪਾ ਰਹੀਆਂ ਸਨ। ਤੁਸੀਂ 15 ਤੋਂ 16 ਸਾਲ ਦੇ ਲੱਗ ਰਹੇ ਸੀ ਤੇ ਤੁਸੀਂ ਆਪਣੀ ਉਮਰ ਨਾਲੋਂ ਵੱਡੇ ਦਿਸਣ ਲੱਗੇ ਸੀ। ਤੁਹਾਡੇ ਜਨਮ ਸਮੇਂ ਵੀ ਡਾਕਟਰ ਨੇ ਸਾਨੂੰ ਦੱਸਿਆ ਸੀ ਕਿ ਬੱਚੇ ਵਿੱਚ ਕੋਈ ਸਮੱਸਿਆ ਹੈ, ਤੁਸੀਂ ਕਿਸੇ ਵੱਡੇ ਡਾਕਟਰ ਤੋਂ ਚੈੱਕਅਪ ਕਰਵਾਓ, ਪਰ ਉਦੋਂ ਅਸੀਂ ਇਸ ਮਾਮਲੇ ਵੱਲ ਕੋਈ ਧਿਆਨ ਨਹੀਂ ਦਿੱਤਾ। ਪਰ ਹੁਣ ਮੈਂ ਤੈਨੂੰ ਡਾਕਟਰ ਕੋਲ ਲੈ ਕੇ ਜਾਣਾ ਚਾਹੁੰਦੀ ਸੀ, ਪਰ ਤੇਰੀ ਦਾਦੀ ਇੱਕ ਵੱਖਰੀ ਦੁਨੀਆ ਵਿੱਚ ਰਹਿੰਦੀ ਸੀ। ਉਹ ਫਕੀਰ ਬਾਬਿਆਂ ਨੂੰ ਮੰਨਦੀ ਸੀ। ਉਸ ਨੇ ਮੈਨੂੰ ਦੱਸਿਆ ਕਿ ਸ਼ਗਨ ਕਿਸੇ ਬਿਮਾਰੀ ਤੋਂ ਪੀੜਤ ਨਹੀਂ ਹੈ। ਇਹ ਸਭ ਤੁਹਾਡੀ ਜਠਾਣੀ ਕਰਕੇ ਹੋ ਰਿਹਾ ਹੈ। ਉਸ ਦੇ ਬੱਚਾ ਨਹੀਂ ਹੈ। ਉਸ ਦੀ ਬਦਕਿਸਮਤ ਤੁਹਾਡੀ ਧੀ ਤੇ ਡਿੱਗ ਪਈ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਸ ਨੇ ਤੁਹਾਡੀ ਧੀ ਤੇ ਜਾਦੂ ਕਰ ਦਿੱਤਾ ਹੈ ਅਤੇ ਇਸ ਲਈ ਸ਼ਗਨ ਨੂੰ ਦਵਾਈ ਦੀ ਨਹੀਂ ਬਲਕਿ ਦੁਆਵਾਂ ਦੀ ਜ਼ਰੂਰਤ ਹੈ। ਉਹ ਤੁਹਾਨੂੰ ਰੋਜ਼ ਕਿਸੇ ਨਾ ਕਿਸੇ ਬਾਬੇ ਕੋਲ ਲੈ ਕੇ ਜਾਂਦੀ ਸੀ ਅਤੇ ਮੈਨੂੰ ਇਸ ਗੱਲ ਤੇ ਗੁੱਸਾ ਆਉਂਦਾ ਸੀ ਕਿ ਉਹ ਅਜਿਹਾ ਕਿਉਂ ਕਰਦੀ ਹੈ, ਪਰ ਉਸ ਔਰਤ ਤੇ ਕੋਈ ਅਸਰ ਨਹੀਂ ਹੁੰਦਾ ਸੀ। ਮੈਂ ਹਰ ਵੇਲੇ ਤੇਰੀ ਦਾਦੀ ਨਾਲ ਲੜਦੀ ਰਹਿੰਦੀ ਸੀ, ਪਰ ਤੇਰੀ ਦਾਦੀ ਤੇ ਮੇਰੀ ਕਹੀ ਕਿਸੇ ਵੀ ਗੱਲ ਦਾ ਅਸਰ ਨਹੀਂ ਹੁੰਦਾ ਸੀ। ਮੇਰੀ ਤਬੀਅਤ ਵੀ ਉਨੀ ਦਿਨੀ ਵਿਗੜਨ ਲੱਗ ਪਈ ਸੀ, ਪਰ ਫਿਰ ਵੀ ਮੈਂ ਕੋਸ਼ਿਸ਼ ਕਰਦੀ ਕਿ ਉਹ ਤੁਹਾਨੂੰ ਬਾਬੇ ਕੋਲ ਨਾ ਲਿਜਾ ਸਕੇ ਤੇ ਅਸੀਂ ਕਿਸੇ ਚੰਗੇ ਡਾਕਟਰ ਤੋਂ ਤੁਹਾਡਾ ਇਲਾਜ ਕਰਵਾਵਾਂਗੇ। ਮੈਂ ਤੇਰੇ ਪਿਤਾ ਜੀ ਨੂੰ ਬਹੁਤ ਸਮਝਾਉਂਦੀ ਕਿ ਤੈਨੂੰ ਕਿਸੇ ਚੰਗੇ ਡਾਕਟਰ ਕੋਲ ਲੈ ਜੇ। ਇੰਨੀ ਦਿਨੀ ਉਹ ਆਪਣੇ ਕੰਮ ਵਿੱਚ ਬਹੁਤ ਰੁੱਝਿਆ ਹੋਇਆ ਸੀ ਅਤੇ 1 ਸਾਲ ਇਸੇ ਤਰ੍ਹਾਂ ਲੰਘ ਗਿਆ। ਇੱਕ ਦਿਨ ਜਦੋਂ ਤੇਰੀ ਦਾਦੀ ਤੈਨੂੰ ਬਾਬੇ ਕੋਲੋਂ ਲੈ ਕੇ ਆਈ ਤਾਂ ਉਸ ਦਾ ਚਿਹਰਾ ਫਿੱਕਾ ਪੈ ਗਿਆ ਸੀ ਤੇ ਤੇਰੇ ਚਿਹਰੇ ਦਾ ਹਾਵ ਭਾਵ ਵੀ ਅਜੀਬ ਸੀ। ਪਤਾ ਨਹੀਂ ਕੀ ਹੋ ਗਿਆ ਸੀ ਤੇ ਤੇਰੀ ਦਾਦੀ ਦੀ ਸ਼ਕਲ ਤਾਂ ਇਉਂ ਲੱਗ ਰਹੀ ਸੀ ਜਿਵੇਂ ਕੋਈ ਵੱਡਾ ਕਾਂਡ ਹੋਇਆ ਹੋਵੇ। ਉਸ ਦਿਨ ਤੋਂ ਬਾਅਦ ਕਦੇ ਤੁਹਾਨੂੰ ਉਹ ਬਾਹਰ ਨਹੀਂ ਲੈ ਕੇ ਗਈ। ਮੈਨੂੰ ਥੋੜੀ ਤਸੱਲੀ ਵੀ ਹੋਈ ਕਿ ਹੁਣ ਬੇਫਾਲਤੂ ਕੰਮਾਂ ਵਿੱਚ ਨਹੀਂ ਫਸਦੀ, ਪਰ ਅਜੇ ਕੁਝ ਮਹੀਨੇ ਹੀ ਹੋਏ ਸਨ ਜਦੋਂ ਅਚਾਨਕ ਤੁਹਾਡਾ ਪੇਟ ਵਧਣ ਲੱਗਾ। ਜਿਵੇਂ ਹੀ ਮੈਂ ਇਹ ਗੱਲ ਨੋਟ ਕੀਤੀ ਮੈਂ ਡਰ ਗਈ। ਮੈਨੂੰ ਡਰ ਸੀ ਕਿ ਤੈਨੂੰ ਕੋਈ ਵੱਡੀ ਬਿਮਾਰੀ ਨਾ ਲੱਗ ਗਈ ਹੋਵੇ। ਮੈਂ ਹਰ ਵੇਲੇ ਰੋਂਦੀ ਰਹਿੰਦੀ ਸੀ ਅਤੇ ਮੇਰੀਆਂ ਮੁਸੀਬਤਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਸਨ। ਇੱਕ ਦਿਨ ਮੈਂ ਤੈਨੂੰ ਡਾਕਟਰ ਕੋਲ ਲੈ ਗਈ। ਡਾਕਟਰ ਨੇ ਤੁਹਾਡੇ ਦਿਲ ਦੀ ਧੜਕਣ ਚੈੱਕ ਕੀਤੀ। ਇਸ ਨਾਲ ਉਸ ਦੇ ਚਿਹਰੇ ਦਾ ਹਾਵ ਭਾਵ ਬਦਲਣੇ ਸ਼ੁਰੂ ਹੋ ਗਏ। ਫਿਰ ਉਹਨਾਂ ਨੇ ਤੁਰੰਤ ਅਲਟਰਾਸਾਊਂਡ ਕਰਵਾਇਆ। ਪਤਾ ਨਹੀਂ ਡਾਕਟਰ ਨੇ ਕੀ ਦੇਖਿਆ ਕਿ ਉਹ ਮੁਸੀਬਤ ਵਿੱਚ ਸਿਰ ਫੜ ਕੇ ਬੈਠ ਗਿਆ। ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਆਖਿਰ ਕੀ ਹੋਇਆ ਕਿ ਤੁਸੀਂ ਇਸ ਤਰ੍ਹਾਂ ਆਪਣਾ ਸਿਰ ਫੜ ਕੇ ਬੈਠੇ ਹੋ, ਫਿਰ ਡਾਕਟਰ ਨੇ ਮੇਰੇ ਸਾਹਮਣੇ ਅਜੀ ਸੱਚਾਈ ਦੱਸੀ ਜਿਸ ਨੂੰ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਡਾਕਟਰ ਨੇ ਦੱਸਿਆ ਕਿ ਤੁਹਾਡੀ ਬੇਟੀ 5 ਮਹੀਨਿਆਂ ਦੀ ਗਰਭਵਤੀ ਹੈ। ਇਹ ਸੁਣ ਕੇ ਮੇਰੀ ਜਾਨ ਹੀ ਨਿਕਲ ਗਈ। ਮੈਂ ਡਾਕਟਰ ਨੂੰ ਕਿਹਾ, ਇਹ ਕਿਵੇਂ ਹੋ ਸਕਦਾ ਹੈ? ਤੁਹਾਨੂੰ ਜ਼ਰੂਰ ਕੋਈ ਗਲਤਫਹਿਮੀ ਹੋਈ ਹੋਵੇਗੀ। ਤੁਸੀਂ ਦੁਬਾਰਾ ਜਾਂਚ ਕਰੋ, ਸ਼ਾਇਦ ਕੁਝ ਹੋਰ ਹੈ। ਫਿਰ ਡਾਕਟਰ ਉੱਠ ਕੇ ਕਮਰੇ ਤੋਂ ਬਾਹਰ ਚਲਾ ਗਿਆ। ਜਦੋਂ ਉਹ ਵਾਪਸ ਆਇਆ ਤਾਂ ਉਸ ਦੇ ਨਾਲ ਕਈ ਡਾਕਟਰ ਸਨ। ਅੰਦਰ ਆਉਂਦੇ ਹੀ ਉਹਨਾਂ ਨੇ ਦੁਬਾਰਾ ਚੈੱਕਅਪ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਾਡੀ ਗੱਲ ਬੜੀ ਹਿੰਮਤ ਨਾਲ ਸੁਣਨੀ ਪਵੇਗੀ। ਇੱਕ ਤਾਂ ਤੁਹਾਡੀ ਧੀ ਅਬਨੋਰਮਲ ਹੈ ਅਤੇ ਦੂਜਾ ਇਹ ਕਿ ਤੁਹਾਡੀ ਧੀ ਛੋਟੀ ਉਮਰ ਵਿੱਚ ਜਵਾਨ ਹੋ ਗਈ ਸੀ। ਅਜਿਹਾ ਹਜ਼ਾਰਾਂ ਵਿੱਚੋਂ ਇੱਕ ਬੱਚੇ ਨਾਲ ਹੁੰਦਾ ਹੈ ਅਤੇ ਇਹ ਇੱਕ ਅਜੀਬ ਬਿਮਾਰੀ ਹੈ ਜਿਸ ਵਿੱਚ ਬੱਚਾ ਸਮੇਂ ਤੋਂ ਪਹਿਲਾਂ ਜਵਾਨ ਹੋ ਜਾਂਦਾ ਹੈ ਅਤੇ ਅਜਿਹਾ ਹੀ ਕੁਝ ਤੁਹਾਡੀ ਬੱਚੀ ਨਾਲ ਹੋਇਆ ਹੈ। ਜੇਕਰ ਤੁਸੀਂ ਹੁਣੇ ਇਸ ਬੱਚੀ ਦਾ ਇਲਾਜ ਸ਼ੁਰੂ ਕਰ ਦਿੰਦੇ ਹੋ ਤਾਂ ਇਹ ਬੱਚੀ ਠੀਕ ਹੋ ਜਾਵੇਗੀ, ਕਿਉਂਕਿ ਇਸ ਬਿਮਾਰੀ ਦਾ ਇਲਾਜ ਸੰਭਵ ਹੈ ਅਤੇ ਤੁਹਾਡੀ ਬੱਚੀ ਗਰਭਵਤੀ ਵੀ ਹੋ ਚੁੱਕੀ ਹੈ। ਹੋ ਸਕਦਾ ਹੈ ਕਿ ਕਿਸੇ ਨੇ ਉਸ ਦੀ ਮਾਸੂਮੀਅਤ ਦਾ ਫਾਇਦਾ ਉਠਾਉਂਦੇ ਹੋਏ ਉਸ ਨਾਲ ਅਜਿਹਾ ਕੁਝ ਕੀਤਾ ਹੋਵੇ। ਇਹ ਸੁਣ ਕੇ ਮੇਰੇ ਸਰੀਰ ਵਿੱਚੋਂ ਤਾਂ ਜਾਨ ਨਿਕਲ ਗਈ ਸੀ, ਪਰ ਮੈਨੂੰ ਇਹ ਵੀ ਪਤਾ ਸੀ ਕਿ ਅਜਿਹਾ ਕਿਉਂ ਹੋਇਆ ਅਤੇ ਇਹ ਸਭ ਕਿਸਨੇ ਕੀਤਾ ਹੈ।
ਮੈਂ ਤੁਰੰਤ ਇਸ ਨੂੰ ਘਰ ਲੈ ਆਈ ਅਤੇ ਆਪਣੀ ਸੱਸ ਕੋਲ ਚਲੀ ਗਈ। ਮੈਨੂੰ ਗੁੱਸੇ ਵਿੱਚ ਦੇਖ ਕੇ ਉਹ ਡਰ ਗਈ। ਮੈਂ ਉਸ ਨੂੰ ਕਿਹਾ ਕਿ ਤੁਹਾਨੂੰ ਇਹ ਸਭ ਕੁਝ ਪਤਾ ਸੀ ਕਿ ਨਹੀਂ? ਕੀ ਤੁਸੀਂ ਜਾਣਦੇ ਹੋ ਕਿ ਇਹ ਸਭ ਕਿਉਂ ਹੋ ਰਿਹਾ ਹੈ? ਤੁਸੀਂ ਮੇਰੀ ਧੀ ਨੂੰ ਕਿਉਂ ਬਾਬਿਆਂ ਕੋਲ ਲੈ ਕੇ ਗਏ? ਤੁਹਾਡੀ ਵਜ੍ਹਾ ਨਾਲ ਅੱਜ ਮੇਰੀ ਧੀ ਨਾਲ ਇਹ ਸਭ ਕੁਝ ਹੋ ਰਿਹਾ ਹੈ। ਹੁਣ ਦੁਨੀਆ ਨੂੰ ਕਿਹੜਾ ਮੂੰਹ ਦਿਖਾਵਾਂਗੀ? ਮੇਰੀ ਧੀ ਨੂੰ ਤੁਹਾਡੇ ਕੀਤੇ ਦੀ ਸਜ਼ਾ ਭੁਗਤਣੀ ਪੈ ਰਹੀ ਹੈ। ਉਹ ਛੋਟੀ ਬੱਚੀ ਜਿਸ ਨੂੰ ਮਾਂ ਬਣਨ ਬਾਰੇ ਕੁਝ ਵੀ ਨਹੀਂ ਪਤਾ, ਅੱਜ ਉਹ ਮਾਂ ਬਣਨ ਦੇ ਦੌਰ ਵਿੱਚ ਲੰਘ ਰਹੀ ਹੈ। ਇਹ ਕਹਿ ਕੇ ਮੈਂ ਉੱਚੀ ਉੱਚੀ ਰੋਣ ਲੱਗ ਪਈ। ਮੇਰੀ ਸੱਸ ਨੂੰ ਤਾਂ ਜਿਵੇਂ ਸੱਪ ਸੁੰਘਿਆ ਹੋਵੇ ਚੁੱਪਚਾਪ ਖੜੀ ਰਹੀ ਅਤੇ ਮੈਂ ਤੁਹਾਡੇ ਨਾਲ ਆਪਣੇ ਕਮਰੇ ਵਿੱਚ ਆ ਗਈ। ਡਾਕਟਰ ਨੇ ਦੱਸਿਆ ਕਿ ਇਸ ਬੱਚੇ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਤੇਰੀ ਉਮਰ ਬਹੁਤ ਛੋਟੀ ਸੀ। ਤੈਨੂੰ ਕਿਸੇ ਵੀ ਕੀਮਤ ਤੇ ਇਸ ਬੱਚੇ ਨੂੰ ਜਨਮ ਦੇਣਾ ਪੈਣਾ ਸੀ। ਮੇਰਾ ਦਿਲ ਮੁੱਠੀ ਵਿੱਚ ਸੀ। ਅਜਿਹੀਆਂ ਗੱਲਾਂ ਕਦੇ ਲੁਕੀਆਂ ਨਹੀਂ ਰਹਿੰਦੀਆਂ। ਹੌਲੀ ਹੌਲੀ ਸਾਰਿਆਂ ਨੂੰ ਇਸ ਬਾਰੇ ਪਤਾ ਲੱਗ ਗਿਆ ਸੀ। 6 ਮਹੀਨੇ ਪੂਰੇ ਹੋਣ ਤੋਂ ਬਾਅਦ ਤੁਹਾਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕਿਉਂਕਿ ਤੁਹਾਡੀ ਸਿਹਤ ਵਿਗੜਨ ਲੱਗੀ ਸੀ। ਇਸ ਲਈ ਤੁਹਾਡਾ ਖਾਸ ਧਿਆਨ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ। ਸਮਾਂ ਪੂਰਾ ਹੋਣ ਤੋਂ ਬਾਅਦ ਆਪਰੇਸ਼ਨ ਦੀ ਮਦਦ ਨਾਲ ਡਿਲੀਵਰੀ ਕੀਤੀ ਗਈ। ਰੱਬ ਦਾ ਸ਼ੁਕਰ ਹੈ ਕਿ ਬੱਚੇ ਦੇ ਜਨਮ ਸਮੇਂ ਤੁਹਾਨੂੰ ਕੁਝ ਨਹੀਂ ਹੋਇਆ। ਤੁਹਾਡੇ ਪਿਤਾ ਜੀ ਵੀ ਬਹੁਤ ਪਰੇਸ਼ਾਨ ਸਨ। ਇਸ ਸਭ ਦਾ ਕਾਰਨ ਤੇਰੀ ਦਾਦੀ ਸੀ ਤੇ ਉਹ ਹੁਣ ਆਪਣੀ ਮਾਂ ਨੂੰ ਕੁਝ ਕਹਿ ਵੀ ਨਹੀਂ ਸਕਦਾ ਸੀ। ਤੁਹਾਡੀ ਦਾਦੀ ਨੇ ਬਾਅਦ ਵਿੱਚ ਸਾਡੇ ਤੋਂ ਮਾਫੀ ਮੰਗੀ। ਉਸ ਨੇ ਦੱਸਿਆ ਕਿ ਇਹ ਸਭ ਉਸ ਦੀ ਨਾਦਾਨੀ ਕਾਰਨ ਹੋਇਆ ਹੈ। ਉਹ ਤੈਨੂੰ ਕਿਸੇ ਝੂਠੇ ਬਾਬੇ ਕੋਲ ਲੈ ਜਾਂਦੀ ਸੀ ਤੇ ਉਹ ਬਾਬਾ ਤੈਨੂੰ ਮੰਤਰ ਜਾਪ ਕਰਨ ਲਈ ਕਮਰੇ ਵਿੱਚ ਲੈ ਜਾਂਦਾ ਸੀ ਤੇ ਇੱਕ ਦਿਨ ਜਦੋਂ ਤੇਰੇ ਰੋਣ ਦੀ ਆਵਾਜ਼ ਆਈ, ਇਹ ਸੁਣ ਕੇ ਤੇਰੀ ਦਾਦੀ ਕਮਰੇ ਦੇ ਅੰਦਰ ਚਲੀ ਗਈ ਅਤੇ ਕਮਰੇ ਅੰਦਰ ਜੋ ਵੀ ਦੇਖਿਆ ਉਹ ਚੀਕ ਕੇ ਉਸ ਬਾਬੇ ਤੇ ਭੜਕ ਗਈ। ਤੇਰੀ ਦਾਦੀ ਦੀ ਤਬੀਅਤ ਤਾਂ ਝਗੜੇ ਵਿੱਚ ਹੀ ਵਿਗੜ ਗਈ ਸੀ। ਉਹ ਵੀ ਆਪਣੀ ਉਮਰ ਨੂੰ ਪਹੁੰਚ ਚੁੱਕੀ ਸੀ ਅਤੇ ਉਹ ਬਾਬਾ ਹੱਟਾ ਕੱਟਾ ਸੀ। ਉਦੋਂ ਤੁਸੀਂ ਅਬਨੋਰਮਲ ਸੀ, ਇਸ ਲਈ ਤੁਹਾਨੂੰ ਕੁਝ ਵੀ ਯਾਦ ਨਹੀਂ ਰਿਹਾ। ਫਿਰ ਜਦੋਂ ਤੇਰੇ ਪਿਤਾ ਜੀ ਨੇ ਉਸ ਬਾਬੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉੱਥੋਂ ਬੋਰੀ ਅਤੇ ਮੰਜੇ ਸਮੇਤ ਗਾਇਬ ਹੋ ਗਿਆ ਸੀ। ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਗਿਆ। ਫਿਰ ਅਸੀਂ ਉਸ ਬੱਚੇ ਨੂੰ ਤੁਹਾਡੀ ਦਾਦੀ ਦੇ ਹਵਾਲੇ ਕਰ ਦਿੱਤਾ ਅਤੇ ਤੈਨੂੰ ਉੱਥੋਂ ਹਮੇਸ਼ਾ ਲਈ ਲੈ ਕੇ ਦਿੱਲੀ ਸ਼ਿਫਟ ਹੋ ਗਏ, ਜਿੱਥੇ ਤੁਹਾਡੇ ਪਿਤਾ ਨੇ ਇੱਕ ਵੱਡੇ ਡਾਕਟਰ ਤੋਂ ਤੁਹਾਡਾ ਇਲਾਜ ਕਰਵਾਇਆ ਅਤੇ ਤੁਹਾਨੂੰ ਪੜ੍ਹਾਇਆ ਅਤੇ ਫਿਰ ਤੁਸੀਂ ਕੁਝ ਸਾਲਾਂ ਵਿੱਚ ਪੂਰੀ ਤਰ੍ਹਾਂ ਠੀਕ ਹੋ ਗਏ। ਪਰ ਤੁਹਾਨੂੰ ਆਪਣੇ ਅਤੀਤ ਬਾਰੇ ਕੁਝ ਵੀ ਯਾਦ ਨਹੀਂ ਸੀ। ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਤੁਹਾਡੀ ਚਾਚੀ ਉਸ ਬੱਚੇ ਦੀ ਦੇਖਭਾਲ ਕਰ ਰਹੀ ਹੈ, ਪਰ ਮੈਂ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਮੈਂ ਹੁਣ ਪਿੰਡ ਨਹੀਂ ਜਾਣਾ ਚਾਹੁੰਦੀ ਸੀ। ਪਰ ਹੁਣ ਮੈਨੂੰ ਪਿੰਡ ਵਾਪਸ ਆਉਣ ਲਈ ਮਜਬੂਰ ਹੋਣਾ ਪਿਆ। ਮੇਰੀ ਬੱਚੀ, ਮੈਨੂੰ ਮਾਫ ਕਰ ਦਿਓ। ਮੈਂ ਤੁਹਾਡੇ ਨਾਲ ਬਹੁਤ ਗਲਤ ਕੀਤਾ ਹੈ। ਤੁਹਾਡੀ ਦਾਦੀ ਦੇ ਨਾਲ-ਨਾਲ ਮੈਂ ਵੀ ਤੁਹਾਡੀ ਇਸ ਹਾਲਤ ਲਈ ਜ਼ਿੰਮੇਵਾਰ ਹਾਂ ਕਿਉਂਕਿ ਮੈਂ ਤੁਹਾਡੀ ਦੇਖਭਾਲ ਨਹੀਂ ਕਰ ਸਕੀ। ਤੇਰੀ ਦਾਦੀ ਰੱਬ ਨੂੰ ਪਿਆਰੀ ਹੋ ਗਈ, ਪਰ ਮੇਰੇ ਦਿਲ ਵਿੱਚ ਇਹ ਸ਼ਰਮ ਅੱਜ ਵੀ ਹੈ। ਮੇਰੀ ਮਾਂ ਰੋ ਰਹੀ ਸੀ, ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਉਹ ਕਹਿਣ ਲੱਗੀ ਕਿ ਜੇ ਤੇਰੀ ਚਾਚੀ ਨੇ ਉਸ ਮੁੰਡੇ ਨੂੰ ਕੁਝ ਨਾ ਦੱਸਿਆ ਹੁੰਦਾ ਕਿ ਤੂੰ ਉਸ ਦੀ ਅਸਲੀ ਮਾਂ ਹਾਂ ਤਾਂ ਅੱਜ ਇਹ ਇੰਨਾ ਵੱਡਾ ਮਸਲਾ ਨਹੀਂ ਬਣਦਾ ਸੀ। ਮੈਂ ਮਾਂ ਦੇ ਹੰਝੂ ਪੂੰਝੇ। ਮੈਨੂੰ ਇਹ ਸੱਚਾਈ ਜਾਣ ਕੇ ਬਹੁਤ ਹੈਰਾਨੀ ਹੋਈ, ਪਰ ਇੱਕ ਸੱਚਾਈ ਹੋਰ ਵੀ ਸੀ ਅਤੇ ਉਹ ਇਹ ਸੀ ਕਿ ਉਹ ਸੱਚਾਈ ਤੋਂ ਇਨਕਾਰ ਨਹੀਂ ਕਰ ਸਕਦੇ ਸੀ। ਸੱਚ ਨੂੰ ਬਦਲਿਆ ਨਹੀਂ ਜਾ ਸਕਦਾ। ਮੈਂ ਆਪਣੀ ਮਾਂ ਨੂੰ ਜੱਫੀ ਪਾ ਲਈ। ਮੈਂ ਆਪਣੀ ਮਾਂ ਨੂੰ ਦਿਲਾਸਾ ਦਿੱਤਾ ਕਿ ਜੋ ਹੋਇਆ ਹੈ ਅਸੀਂ ਉਸ ਨੂੰ ਨਹੀਂ ਬਦਲ ਸਕਦੇ, ਪਰ ਜੋ ਸਾਡੇ ਹੱਥਾਂ ਵਿੱਚ ਹੈ ਅਸੀਂ ਉਸ ਨੂੰ ਠੀਕ ਕਰ ਸਕਦੇ ਹਾਂ। ਅਰਬ ਦੇ ਕਮਰੇ ਵਿੱਚ ਚਲੀ ਗਈ। ਉਹ ਪਿਆ ਛੱਤ ਵੱਲ ਦੇਖ ਰਿਹਾ ਸੀ। ਮੈਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਦੇਖੇ। ਕਿੰਨਾ ਮੰਦਭਾਗਾ ਸੀ ਉਹ ਬੱਚਾ। ਅਸਲੀ ਮਾਂ ਹੋਣ ਦੇ ਬਾਵਜੂਦ ਉਹ ਆਪਣੀ ਅਸਲੀ ਮਾਂ ਦੇ ਪਿਆਰ ਤੋਂ ਤਰਸਦਾ ਰਿਹਾ ਅਤੇ ਅੱਜ ਜਦੋਂ ਉਸ ਨੂੰ ਆਪਣੀ ਮਾਂ ਮਿਲੀ ਤਾਂ ਵੀ ਉਹ ਖੁੱਲ੍ਹ ਕੇ ਆਪਣੀ ਮਾਂ ਨੂੰ ਗਲੇ ਨਹੀਂ ਲਗਾ ਸਕਿਆ। ਅਤੇ ਜਦੋਂ ਮੈਂ ਉਸ ਨੂੰ ਆਪਣੀ ਮਾਂ ਕੋਲ ਆਉਣ ਲਈ ਕਿਹਾ ਤਾਂ ਉਸ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਅਤੇ ਮੇਰੇ ਵੱਲ ਭੱਜਿਆ। ਉਹ ਮੇਰੇ ਸੀਨੇ ਨੂੰ ਘੁੱਟ ਕੇ ਉੱਚੀ ਉੱਚੀ ਰੋਣ ਲੱਗ ਪਿਆ। ਅੱਜ ਮੈਂ ਵੀ ਉਸ ਨੂੰ ਸੱਚੀ ਮਾਂ ਸਮਝ ਕੇ ਆਪਣੇ ਸੀਨੇ ਨਾਲ ਲਾਇਆ। ਜੋ ਮਰਜ਼ੀ ਹੋ ਜਾਵੇ ਅਤੇ ਹੁਣ ਮੇਰੇ ਕੋਲ ਇੱਕ ਬੱਚਾ ਸੀ
ਅਤੇ ਇਸ ਵਿੱਚ ਉਸ ਮਾਸੂਮ ਦਾ ਕੀ ਦੋਸ਼ ਸੀ। ਮੈਂ ਆਪਣੇ ਪੁੱਤਰ ਨੂੰ ਸੱਚੇ ਮਨ ਨਾਲ ਗੋਦ ਲਿਆ। ਹੁਣ ਮੈਂ ਅਤੇ ਅਰਬ ਇਸ ਮਹਿਲ ਵਿੱਚ ਖੁਸ਼ੀ ਨਾਲ ਰਹਿ ਰਹੇ ਸੀ। ਮੇਰੀ ਮਾਂ ਦੀ ਇੱਕ ਸਹੇਲੀ ਜਿਸ ਨੇ ਆਪਣੇ ਬੇਟੇ ਲਈ ਮੇਰਾ ਰਿਸ਼ਤਾ ਮੰਗਿਆ ਸੀ, ਮੇਰੀ ਮਾਂ ਦੀ ਸਹੇਲੀ ਨੂੰ ਪਹਿਲਾਂ ਹੀ ਸਾਰੀ ਸੱਚਾਈ ਦਾ ਪਤਾ ਸੀ ਅਤੇ ਉਸ ਵਿੱਚ ਨਾ ਤਾਂ ਮੇਰਾ ਕੋਈ ਦੋਸ਼ ਸੀ ਅਤੇ ਨਾ ਹੀ ਮੇਰੇ ਪੁੱਤਰ ਦਾ। ਇਹ ਗੱਲ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਕੁਝ ਦਿਨਾਂ ਵਿੱਚ ਹੀ ਮੇਰੀ ਮਾਂ ਨੇ ਮੇਰਾ ਵਿਆਹ ਆਪਣੇ ਦੋਸਤ ਦੇ ਲੜਕੇ ਨਾਲ ਤੈਅ ਕਰ ਦਿੱਤਾ ਹੈ। ਬੱਚੇ ਦੇ ਜਨਮ ਸਮੇਂ ਉਸ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ। ਮੈਂ ਇਸ ਵਾਰ ਆਪਣੇ ਪਤੀ ਨੂੰ ਹਨੇਰੇ ਵਿੱਚ ਨਹੀਂ ਰੱਖ ਸਕੀ। ਮੈਂ ਆਪਣੀ ਸੱਸ ਨੂੰ ਕਿਹਾ ਕਿ ਤੁਸੀਂ ਪਹਿਲਾਂ ਆਪਣੇ ਬੇਟੇ ਨੂੰ ਸਾਰੀ ਸੱਚਾਈ ਦੱਸ ਦਿਓ, ਤਾਂ ਹੀ ਮੈਂ ਵਿਆਹ ਲਈ ਤਿਆਰ ਹੋਵਾਂਗੀ। ਮੇਰੀ ਹੋਣ ਵਾਲੀ ਸੱਸ ਨੇ ਕਿਹਾ ਕਿ ਮੈਂ ਆਪਣੇ ਬੇਟੇ ਨੂੰ ਸਾਰੀ ਸੱਚਾਈ ਦੱਸ ਦਿੱਤੀ ਹੈ, ਉਸ ਨੂੰ ਤੁਹਾਡੇ ਨਾਲ ਪਿਆਰ ਕਰਨ ਤੇ ਕੋਈ ਇਤਰਾਜ਼ ਨਹੀਂ ਹੈ ਅਤੇ ਫਿਰ ਰਾਹੁਲ ਨਾਲ ਵਿਆਹ ਕਰਨ ਤੋਂ ਬਾਅਦ ਉਸ ਨੂੰ ਆਪਣੇ ਬੇਟੇ ਨੂੰ ਸਾਰੀ ਸੱਚਾਈ ਦੱਸ ਦਿਓ, ਤਾਂ ਹੀ ਮੈਂ ਵਿਆਹ ਲਈ ਤਿਆਰ ਹੋਵਾਂਗੀ। ਮੇਰੀ ਹੋਣ ਵਾਲੀ ਸੱਸ ਨੇ ਕਿਹਾ ਕਿ ਮੈਂ ਆਪਣੇ ਬੇਟੇ ਨੂੰ ਸਾਰੀ ਸੱਚਾਈ ਦੱਸ ਦਿੱਤੀ ਹੈ, ਉਸ ਨੂੰ ਤੁਹਾਡੇ ਨਾਲ ਵਿਆਹ ਕਰਨ ਤੇ ਕੋਈ ਇਤਰਾਜ਼ ਨਹੀਂ ਹੈ ਅਤੇ ਫਿਰ ਰਾਹੁਲ ਨਾਲ ਵਿਆਹ ਕਰਨ ਤੋਂ ਬਾਅਦ ਮੈਂ ਅਰਬ ਨੂੰ ਵੀ ਆਪਣੇ ਨਾਲ ਲੈ ਜਾਣਾ ਚਾਹੁੰਦੀ ਸੀ, ਪਰ ਮੇਰੀ ਚਾਚੀ ਨੇ ਮੇਰੇ ਅੱਗੇ ਹੱਥ ਜੋੜ ਦਿੱਤੇ। ਉਹ ਕਹਿਣ ਲੱਗੀ ਕਿ ਉਸਨੇ ਅਰਬ ਨੂੰ ਮਾਂ ਵਾਂਗ ਪਾਲਿਆ ਹੈ। ਰੱਬ ਨੇ ਕਿਸੇ ਨਾ ਕਿਸੇ ਤਰ੍ਹਾਂ ਮੈਨੂੰ ਬੱਚੇ ਦੀ ਖੁਸ਼ੀ ਦੇ ਦਿੱਤੀ, ਪਰ ਤੁਸੀਂ ਮੇਰੇ ਤੋਂ ਉਹ ਖੁਸ਼ੀ ਨਾ ਖੋ। ਮੈਨੂੰ ਵੀ ਚਾਚੀ ਤੇ ਤਰਸ ਆਇਆ ਤੇ ਫਿਰ ਅਰਬ ਵੀ ਸਾਲਾਂ ਬੱਧੀ ਚਾਚੀ ਕੋਲ ਰਿਹਾ ਸੀ। ਉਸ ਨੂੰ ਵੀ ਉਸ ਨਾਲ ਪਿਆਰ ਹੋ ਗਿਆ ਸੀ, ਇਸੇ ਲਈ ਮੈਂ ਉਸ ਨੂੰ ਚਾਚੀ ਕੋਲ ਛੱਡ ਦਿੱਤਾ। ਪਰ ਅਰਬ ਕਦੇ ਵੀ ਮੇਰੇ ਕੋਲ ਆਉਂਦਾ ਰਹਿੰਦਾ ਸੀ ਅਤੇ ਮੈਨੂੰ ਰਾਹਤ ਮਿਲਦੀ ਹੈ। ਰਾਹੁਲ ਦਾ ਬੇਟਾ ਵੀ ਹੁਣ ਮੈਨੂੰ ਮਾਂ ਕਹਿੰਦਾ ਹੈ। ਮੇਰਾ ਪਰਿਵਾਰ ਵੀ ਪੂਰਾ ਹੋ ਗਿਆ ਹੈ ਅਤੇ ਮੈਂ ਹੁਣ ਆਪਣੇ ਪਰਿਵਾਰ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੀ ਹਾਂ। ਤਾਂ ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਿਵੇਂ ਲੱਗੀ? ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਦੋਸਤੋ। ਮਿਲਦੇ ਹਾਂ ਅਗਲੀ ਨਵੀਂ ਕਹਾਣੀ ਵਿੱਚ। ਧੰਨਵਾਦ।